ਮੁਅੱਜ਼ਜ਼ ਸਾਮਈਨ अस्सलामु अलैकुम। उम्मीद करते हैं तुसीं सारे खैर खैरियत नाल होवोगे। पंजाब के पिंडां दी सैर की वीडियो विच अज तुहानूं दोबारा खुश आमदीद आखदे हां ते अज फिर असीं तुहानूं पंजाब दे पिंड, पंजाब दा कल्चर ते पंजाब दीयां सड़कां दी सैर करवावांगे ते नाल ही तुहानूं पंजाब दीयां कहानियां भी सुणावांगे। ऐबां उत्ते पर्दा पा, थाली उत्ते थाली रख, छोड़ मिसालां लोकां ताईं, अपना आप मिसाली रख। कुछ वरियां दी गल है कि साडे जानन वाले दा मुंडा तीजी चढ़िया। स्कूल बदलिया गया। नवें स्कूल विच पहले दिन वापस आया ते प्यो नाल बावा लड़िया कि ओह मुंडे नूं लैण क्यों आया सी। कुरीदन ते पता लगा कि मुंडा जेड़े हम जमात नाल बैठा सी उहने पुछया कि मुंडा किस शै ते स्कूले आंदा जांदा है। मुंडे ने कहा करोला गड्डी ते। फिर मुंडे ने भी हम जमात नूं पुछया कि ओह किस शै ते स्कूले आंदा जांदा है। हम जमात ने कहा कि हुंडा गड्डी ते। जदों छुट्टी होई ते मुंडे दी करोला सी रक्शा ते हम जमात दी हुंडा सी मोटरसाइकिल। हुण मुंडा पे लड़दा सी कि ओहदा पोल क्यों खुलिया है। प्यो थोड़ा चिर ठहर के नहीं आ सकदा सी। हासे दी गल सी जदों प्यो ने ओहनूं चेते करवाया कि हम जमात दी हुंडा भी ते मोटरसाइकिल ही निकली। ਉਹਨੂੰ ਕੁਝ ਕਰਾਰ ਆਇਆ ਕਿ ਹਾਲ ਤੇ ਹਮ ਜਮਾਤ ਦਾ ਵੀ ਉਹੀ ਸੀ। ਪੱਲੇ ਨਹੀਂ ਦੇਲਾ ਤੇ ਨਾ ਲੱਖਪਤੀ। ਤੀਜੀ ਜਮਾਤ ਦੇ ਬਾਲ ਵੀ ਸਟੇਟਸ ਕੌਨਸ਼ੀਅਸ ਹੋਏ ਪਏ ਨੇ ਕਿ ਅਸੀਂ ਕੀ ਬਣ ਗਏ ਹਾਂ ਤੇ ਬਾਲਾਂ ਨੂੰ ਕੀ ਬਣਾਈ ਜਾ ਰਹੇ ਹਾਂ। ਇੱਕ ਕਿੱਸਾ ਬੜਾ ਮਸ਼ਹੂਰ ਹੈ ਕਿ ਇੱਕ ਸ਼ਿਕਾਰੀ ਜੰਗਲ ਵਿੱਚ ਜਾ ਰਿਹਾ ਸੀ। ਉਹਨੇ ਵੇਖਿਆ ਕਿ ਇੱਕ ਰਿੱਛ ਦੇ ਪੈਰੀ ਕੰਡਾ ਖੁੱਭਿਆ ਹੋਇਆ ਸੀ ਤੇ ਉਹ ਪੀੜ ਨਾਲ ਮਰ ਰਿਹਾ ਸੀ। ਉਹਨੂੰ ਤਰਸ ਆ ਗਿਆ ਤੇ ਉਹਨੇ ਉਹ ਕੰਡਾ ਕੱਢ ਛੱਡਿਆ। ਰਿੱਛ ਉਹਦਾ ਮੁਰੀਦ ਹੋ ਗਿਆ ਤੇ ਉਹਦੇ ਪਿੱਛੇ ਪਿੱਛੇ ਤੁਰਨ ਲੱਗ ਪਿਆ। ਅੱਗੇ ਜਾ ਕੇ ਸ਼ਿਕਾਰੀ ਥੱਕ ਕੇ ਲੰਮਾ ਪੈ ਗਿਆ ਤੇ ਉਹਦੀ ਅੱਖ ਲੱਗ ਗਈ। ਰਿੱਛ ਉੱਤੇ ਹੀ ਬਹਿ ਕੇ ਉਹਦੇ ਸਿਰੋਂ ਮੱਖੀਆਂ ਉਡਾਣ ਲੱਗ ਪਿਆ। ਇੱਕ ਮੱਖੀ ਬੜੀ ਲੀਚੜ ਸੀ ਤੇ ਉਹ ਬਾਰ-ਬਾਰ ਆ ਜਾਂਦੀ ਸੀ। ਰਿੱਛ ਨੂੰ ਗੁੱਸਾ ਆਇਆ। ਹੁਣ ਜੋ ਮੱਖੀ ਆ ਕੇ ਸ਼ਿਕਾਰੀ ਦੇ ਸਰ ਤੇ ਬੈਠੀ ਤੇ ਰਿੱਛ ਨੇ ਇੱਕ ਦੁਆਣੇ ਜਿੱਡਾ ਵੱਡਾ 10 ਕਿਲੋ ਦਾ ਵੱਟਾ ਚੁੱਕ ਕੇ ਐਸ ਜ਼ੋਰ ਨਾਲ ਮਾਰਿਆ ਕਿ ਮੱਖੀ ਦਾ ਕੀਮਾ ਬਣ ਗਿਆ ਤੇ ਨਾਲ ਹੀ ਸ਼ਿਕਾਰੀ ਦੇ ਸਿਰ ਦਾ ਵੀ। ਬਾਲਾਂ ਦੀ ਕੋਈ ਵੀ ਗੱਲ ਕਰ ਲਓ ਤੇ ਚਾਰੇ ਪਾਸੇ ਇੱਕ ਰਾਗ ਜਿਹਾ ਅਲਾਪਣ ਲੱਗ ਪੈਂਦਾ ਹੈ। ਵੱਡੇ ਆਪਣੇ ਬਾਲਾਂ ਦਾ ਬੁਰਾ ਕਦੀ ਨਹੀਂ ਚਾਹ ਸਕਦੇ। ਸੁਣਨ ਵਿੱਚ ਗੱਲ ਬੜੀ ਚੰਗੀ ਲੱਗਦੀ ਹੈ। ਉਂਝ ਪੰਜਾਬੀ ਦਾ ਇੱਕ ਅਖਾਣ ਹੈ ਕਿ ਬਾਂਦਰੀ ਦੇ ਪੈਰ ਸੜੇ ਤੇ ਉਹਨੇ ਬਾਲ ਪੈਰਾਂ ਹੇਠ ਲੈ ਲੈ। ਤੋਤਿਆਂ ਵਾਂਗ ਅਲਾਪਦੇ ਇਸ ਸਮਾਜ ਦੇ ਵਿੱਚ ਇਹ ਅਜੀਬ ਜਿਹੀ ਗੱਲ ਜਾਪਦੀ ਹੈ। ਭਲਾ ਮਾਂ ਪਿਓ ਵੀ ਕਦੀ ਆਪਣੇ ਬਾਲਾਂ ਦਾ ਪੈੜਾ ਕਰ ਸਕਦੇ ਨੇ। ਉਂਝ ਇਹ ਤੇ ਆਮ ਗੱਲ ਹੈ ਕਿ ਬਾਲ ਕੋਈ ਵੀ ਔਖਾ ਸਵਾਲ ਪੁੱਛੇ ਤਾਂ ਵੱਡੇ ਇਲਮੀ ਬਹਿਸ ਕਰਨ ਜਾਂ ਇਹ ਮੰਨਣ ਦੀ ਬਜਾਏ ਕਿ ਸਾਨੂੰ ਨਹੀਂ ਪਤਾ, ਬਾਲ ਨੂੰ ਝਿੜਕ ਦਿੰਦੇ ਨੇ। ਕਹਿੰਦੇ ਨੇ ਤੈਨੂੰ ਨਹੀਂ ਪਤਾ। ਅਸੀਂ ਜੋ ਕਹਿ ਰਹੇ ਹਾਂ ਤੇ ਵੱਡਿਆਂ ਨੇ ਇਹੋ ਹੀ ਕਿਹਾ ਹੈ ਤੇ ਇਹੋ ਹੀ ਠੀਕ ਹੈ। ਆਇਆ ਤੂੰ ਵੱਡਾ ਅਰਸਤੂ। ਘਰਾਂ ਵਿੱਚ ਤੇ ਸਕੂਲੇ ਵੀ ਇਸ ਤਰ੍ਹਾਂ ਬਾਲ ਦਾ ਦਿਮਾਗ ਬੰਦ ਕਰਕੇ ਤੇ ਉਹਦੀ ਇੱਜ਼ਤ ਨਫਸ ਨੂੰ ਸੱਟ ਲਾ ਕੇ ਵੱਡੇ ਉਹਨਾਂ ਦਾ ਕੀ ਚੰਗਾ ਕਰਦੇ ਨੇ, ਕਦੀ ਪੱਲੇ ਨਹੀਂ ਪਿਆ। ਫਿਰ ਅਸੀਂ ਕਹਿੰਦੇ ਹਾਂ ਬਈ ਸਾਰੀ ਇਜਾਦਾਂ ਤੇ ਤਰੱਕੀਆਂ ਗੋਰਿਆਂ ਦੇ ਬਾਲ ਕਰਦੇ ਨੇ, ਸਾਡੀ ਨਸਲਾਂ ਕੁਝ ਵੀ ਨਹੀਂ ਕਰਦੀਆਂ। ਦਿਮਾਗਾਂ ਉੱਤੇ ਇਹ ਲੋਹੇ ਦੇ ਖੌਲ ਚੜ੍ਹਾ ਕੇ ਜਦੋਂ ਬਾਲ ਦੌਲਾ ਸ਼ਾਹ ਦੇ ਚੂਹੇ ਬਣ ਜਾਂਦੇ ਨੇ ਤੇ ਫਿਰ ਵੱਡੇ ਉਹਨਾਂ ਨੂੰ ਦੱਸਦੇ ਨੇ ਕਿ ਉਹਨਾਂ ਵੱਡੇ ਹੋ ਕੇ ਕੀ ਬਣਨਾ ਹੈ, ਇੰਜੀਨੀਅਰ ਜਾਂ ਡਾਕਟਰ। ਤੇ ਮਾਸੂਮ ਜ਼ਹਿਨ ਜਿਹੜੇ ਕੁਦਰਤੀ ਤੌਰ ਤੇ ਫਨਕਾਰ ਜਾਂ ਵਕੀਲ ਜਾਂ ਲਿਖਾਰੀ ਜਾਂ ਕੁਝ ਹੋਰ ਹੁੰਦੇ ਨੇ, ਸਾਰੀ ਉਮਰ ਲਈ ਅਜ਼ਾਬ ਵਿੱਚ ਪੈ ਜਾਂਦੇ ਨੇ ਤੇ ਇਸ ਅਜ਼ਾਬ ਵਿੱਚ ਉਹਨਾਂ ਨੂੰ ਪਾਉਂਦੇ ਨੇ ਉਹਨਾਂ ਦੇ ਆਪਣੇ ਵੱਡੇ। ਕੋਈ ਦੁਸ਼ਮਣੀ ਤੇ ਨਹੀਂ ਕਰ ਰਹੇ ਹੁੰਦੇ ਆਪਣੇ ਬਾਲਾਂ ਨਾਲ, ਪਰ ਉਹ ਕਹਿੰਦੇ ਨੇ ਨਾ ਕਮਲੇ ਬੇਲੀ ਤੂੰ ਸਿਆਣਾ ਵੈਰੀ ਚੰਗਾ ਹੁੰਦਾ ਹੈ। ਫਿਰ ਜੇ ਪੜ੍ਹਦੇ ਬਾਲ ਦੇ ਇਮਤਿਹਾਨਾਂ ਵਿੱਚ ਨੰਬਰ ਘੱਟ ਆ ਜਾਣ ਤੇ ਉਹਨੂੰ ਹਰ ਵੇਲੇ ਵੱਡੇ ਜ਼ਲੀਲ ਕਰਦੇ ਨੇ। ਤੂੰ ਨਲਾਇਕ ਹੈ, ਕਿਸੇ ਕੰਮ ਦਾ ਨਹੀਂ, ਨਿਖੱਟੂ ਹੈ, ਫਲਾਣੇ ਨੂੰ ਵੇਖ, ਢਿਮਕਾਣੇ ਨੂੰ ਵੇਖ। ਤੇ ਬਾਲ ਵਿਚਾਰੇ ਨੂੰ ਲੱਗਦਾ ਹੈ ਕਿ ਦੁਨੀਆ ਦਾ ਸਭ ਤੋਂ ਘਟੀਆ ਤੇ ਬੇਕਾਰ ਬੰਦਾ ਉਹ ਹੈ। ਬਾਲ ਵਿਚਾਰਾ ਇਹੋ ਜਿਹੇ ਅਹਿਸਾਸੇ ਕਮਤਰੀ ਵਿੱਚ ਮੁਬਤਲਾ ਹੋ ਜਾਂਦਾ ਹੈ ਤੇ ਫਿਰ ਸਾਰੀ ਉਮਰ ਆਪਣੀਆਂ ਨਜ਼ਰਾਂ ਵਿੱਚ ਉੱਠਣ ਦਾ ਨਹੀਂ ਹੁੰਦਾ। ਪੜ੍ਹਨ ਦੇ ਬਾਅਦ ਜੇ ਉਹ ਜ਼ਿਆਦਾ ਕਮਾ ਨਾ ਸਕੇ ਤਾਂ ਫਿਰ ਹਰ ਵੇਲੇ ਦੇ ਤਾਨੇ ਮਿਹਣੇ ਸਲਵਾਤਾਂ। ਪਤਾ ਨਹੀਂ ਕੌਣ ਕਹਿੰਦਾ ਹੈ ਮਾਂ ਪਿਓ ਬਾਲਾਂ ਦਾ ਬੁਰਾ ਨਹੀਂ ਕਰ ਸਕਦੇ। ਮੈਨੂੰ ਤੇ ਅੱਜ ਕੱਲ੍ਹ ਦੇ ਮਾਂ ਪਿਓ ਘੱਟ ਤੇ ਜਲਾਦ ਜ਼ਿਆਦਾ ਦਿਸਦੇ ਨੇ। ਜੇ ਬਾਲ ਲਾਇਕ ਨਹੀਂ, ਜੇ ਉਹ ਜ਼ਿਆਦਾ ਪੈਸੇ ਨਹੀਂ ਕਮਾ ਸਕਦਾ ਤੇ ਉਹਨੂੰ ਇਸ ਤਰ੍ਹਾਂ ਵੇਖਦੇ ਨੇ ਜਿਸ ਤਰ੍ਹਾਂ ਜ਼ਿਆਦਾ ਪੈਸੇ ਦੇ ਕੇ ਕੋਈ ਘਟੀਆ ਸ਼ੈ ਮੁੱਲ ਲੈ ਲਈ ਹੋਵੇ।
ਤੇ ਬਾਲ ਵਿਚਾਰੇ ਅਹਿਸਾਸ ਕਮਤਰੀ ਦਾ ਸ਼ਿਕਾਰ ਹੋ ਜਾਂਦੇ ਨੇ। ਚਾਰ ਚੁਫੇਰੇ ਰੋਲਾ ਰੱਪਾ, ਗਲੀ ਗਲੀ ਵਿੱਚ ਸ਼ੋਰ, ਹਰ ਇੱਕ ਅੱਖ ਵਿੱਚ ਡਾਕੂ ਬੈਠੇ, ਹਰ ਇੱਕ ਮਨ ਵਿੱਚ ਚੋਰ। ਇਹ ਗੱਲ ਤਾਂ ਠੀਕ ਹੈ ਕਿ ਵੱਡੇ ਬਾਲਾਂ ਦਾ ਪੈੜਾ ਨਹੀਂ ਜਾ ਸਕਦੇ, ਪਰ ਨਾ ਚਾਹੁੰਦੇ ਹੋਇਆਂ ਵੀ ਤਾਂ ਪੈੜਾ ਕੀਤਾ ਜਾ ਸਕਦਾ ਹੈ, ਜਿਹਨੂੰ ਢੱਕਣ ਲਈ ਅਕਲ ਦੀ ਲੋੜ ਹੁੰਦੀ ਹੈ। ਸਾਡੇ ਵੱਡੇ ਤੇ ਮੈਨੂੰ ਸਾਹਿਬਾਂ ਵਾਂਗਰ ਹੀ ਲੱਗਦੇ ਨੇ, ਜਿਨ੍ਹੇ ਮਿਰਜ਼ੇ ਦੇ ਤੀਰ ਬੰਨ੍ਹ ਦਿੱਤੇ ਸਨ ਕਿ ਮਿਰਜ਼ਾ ਯਾਰ ਸਾਹਿਬਾਂ ਦੇ ਬਿਰਾਵਾਂ ਨੂੰ ਨਾ ਮਾਰ ਦੇਵੇ। ਸਾਹਿਬਾਂ ਦਾ ਖਿਆਲ ਸੀ ਕਿ ਉਹ ਆਪਣੇ ਬਿਰਾਵਾਂ ਨੂੰ ਵਾਸਤੇ ਦੇ ਕੇ ਮਿਰਜ਼ੇ ਨੂੰ ਮਾਰਨ ਤੋਂ ਡੱਕ ਲਵੇ, ਪਰ ਬਿਰਾਵਾਂ ਨੇ ਮਿਰਜ਼ਾ ਮਾਰ ਛੱਡਿਆ। ਫਿਰ ਸਾਹਿਬਾਂ ਨੇ ਮੈਨ ਪਾਏ। ਬਾਲਾਂ ਦੀ ਸਾਰੀ ਜ਼ਿੰਦਗੀ ਤਬਾਹ ਕਰਕੇ ਫਿਰ ਮਾਪੇ ਵੈਨ ਪਾਉਂਦੇ ਦਿਸਦੇ ਨੇ ਬਈ ਸਾਡੇ ਬਾਲ ਖੁਸ਼ ਨਹੀਂ, ਸਾਨੂੰ ਠੰਡ ਨਹੀਂ। ਇਹ ਦੇਸ ਹੀ ਭੈੜਾ ਹੈ, ਸਾਡੀ ਕਿਸਮਤ ਹੀ ਮੰਦੀ ਹੈ। ਬਾਲਾਂ ਦੇ ਵੱਡੇ ਉਹਨਾਂ ਲਈ ਕਦੀ ਵੀ ਭੈੜਾ ਨਹੀਂ ਚਾਹ ਸਕਦੇ, ਉਹ ਤੇ ਹਮੇਸ਼ਾ ਬਾਲਾਂ ਦਾ ਚੰਗਾ ਹੀ ਚਾਹੁੰਦੇ ਨੇ। ਅੰਗਰੇਜ਼ੀ ਦਾ ਅਖਾਣ ਹੈ ਕਿ ਜਹੰਨਮ ਦਾ ਰਾਹ ਨੇਕ ਨੀਤੀ ਨਾਲ ਅਟਿਆ ਪਿਆ ਹੈ। ਇਸ ਤਰ੍ਹਾਂ ਜਦੋਂ ਵੱਡਿਆਂ ਦੀ ਟ੍ਰੇਨਿੰਗ ਕੰਮ ਵਿਖਾਉਂਦੀ ਹੈ ਤੇ ਲਾਲਚੀ ਤੇ ਖੁਦਗਰਜ਼ ਤੇ ਸੋਚ ਤੋਂ ਆਰੀ ਬਾਲਾਂ ਦੀ ਖੇਪ ਤਿਆਰ ਹੋ ਜਾਂਦੀ ਹੈ ਤੇ ਫਿਰ ਉਹ ਆਪਣੇ ਵੱਡਿਆਂ ਨਾਲ ਵੀ ਚੰਗੀ ਨਹੀਂ ਕਰਦੇ। ਸਾਡੇ ਉਸਤਾਦ ਟਿਊਸ਼ਨਾਂ ਪੜ੍ਹਾ ਕੇ ਤੇ ਸਾਡੇ ਸਕੂਲ ਲੰਮੀਆਂ ਫੀਸਾਂ ਲੈ ਕੇ ਵਪਾਰੀ ਤੇ ਕਾਰੋਬਾਰੀ ਇਦਾਰੇ ਬਣ ਗਏ ਨੇ, ਤੇ ਠੀਕ ਹੀ ਬਣੇ ਨੇ, ਕਿਉਂਕਿ ਅਸੀਂ ਆਪ ਤਾਲੀਮ ਨੂੰ ਵਪਾਰ ਬਣਾ ਲਿਆ। ਬਾਲ ਨੂੰ ਸਕੂਲੇ ਇਸ ਲਈ ਕਰਨਾ ਹੈ ਤਾਂ ਕਿ ਉਹ ਨੌਕਰੀ ਕਰ ਸਕੇ ਤੇ ਪੈਸਾ ਕਮਾ ਸਕੇ। ਸਾਇੰਸ ਜਾਂ ਅਕਾਊਂਟਿੰਗ ਜਾਂ ਮੈਨੇਜਮੈਂਟ ਪੜ੍ਹਾਉਣੀ ਹੈ ਕਿਉਂਕਿ ਇਹਨਾਂ ਲੈਣਾ ਵਿੱਚ ਪੈਸਾ ਵਾਧੂ ਹੈ। ਕੁਕੜੀ ਉਹ ਲੈਣੀ ਹੈ ਜਿਹੜੀ ਕੁੜ ਕਰਦੀ ਹੋਵੇ, ਤੇ ਡਿਗਰੀ ਉਹ ਲੈਣੀ ਹੈ ਜਿਹੜੀ ਟੁੱਕਰ ਦਿੰਦੀ ਹੋਵੇ। ਅਸੀਂ ਬਾਲਾਂ ਨੂੰ ਬੰਦੇ ਬਣਾ ਰਹੇ ਹਾਂ ਜਾਂ ਕੈਲਕੂਲੇਟਰ। ਜਿਹੜਾ ਬਾਲ ਆਇਨਸਟਾਈਨ ਦੇ ਕੰਮ ਨੂੰ ਅੱਗੇ ਲੈ ਕੇ ਜਾ ਸਕਦਾ ਹੈ, ਉਹਨੂੰ ਅਸੀਂ ਛਿੱਤਰ ਮਾਰ MBA ਕਰਾ ਦਿੰਦੇ ਹਾਂ, ਤੇ ਜਿਹੜਾ ਪਿਕਾਸੋ ਦੀ ਅਗਲੀ ਨਸਲ ਹੈ ਉਹਨੂੰ ਅਸੀਂ ਸੋਟੇ ਮਾਰ ਡਾਕਟਰ ਬਣਾ ਦਿੰਦੇ ਹਾਂ। ਫਿਰ ਇਹ ਸਾਰੀ ਉਮਰ ਡੰਗ ਟਪਾਊ ਕੰਮ ਕਰਦੇ ਨੇ, ਆਪਣੇ ਆਪ ਨੂੰ ਨਿਕੰਮਾ ਸਮਝ ਕੇ ਅਹਿਸਾਸ ਕਮਤਰੀ ਦਾ ਸ਼ਿਕਾਰ ਰਹਿੰਦੇ ਨੇ, ਤੇ ਦਿਨ ਰਾਤ ਆਪਣੇ ਵੱਡਿਆਂ ਲਈ ਦੁਆਏ ਮਗਫਿਰਤ ਕਰਦੇ ਨੇ। ਡਿਗਰੀਆਂ ਵੀ ਕਿਹੜੀਆਂ ਜਿਹੜੀਆਂ ਰੱਟੇ ਮਾਰ ਤੇ ਨਕਲਾਂ ਮਾਰ ਲਿਖੀਆਂ ਜਾਣ। ਆਪਣੇ ਬਾਲਾਂ ਨਾਲ ਅਸੀਂ ਜ਼ਿਆਦਤੀ ਨਹੀਂ ਕਰ ਰਹੇ, ਉਹਨਾਂ ਨਾਲ ਜ਼ੁਲਮ ਕਰ ਰਹੇ। ਇਹੀ ਦੀ ਤਾਲੀਮ ਤਰਬੀਅਤ ਦੇ ਕੇ ਬਾਲਾਂ ਨੂੰ ਦੁਨੀਆ ਅੱਗੇ ਸੁੱਟ ਦੇਣਾ ਕਿ ਅੱਗੇ ਤੇਰੇ ਭਾਗ ਲੱਛੀਏ। ਬਿਲਕੁਲ ਐਸੇ ਤਰ੍ਹਾਂ ਹੈ ਜਿਸ ਤਰ੍ਹਾਂ ਅਸੀਂ ਬਾਲਾਂ ਨੂੰ ਫੌਜੀ ਟ੍ਰੇਨਿੰਗ ਦਿੱਤੇ ਬਿਨਾਂ ਹੀ ਨਕਲੀ ਬੰਦੂਕਾਂ ਫੜਾ ਕੇ ਮੈਦਾਨੇ ਜੰਗ ਵਿੱਚ ਸੁੱਟ ਦਿੰਦੇ ਹਾਂ। ਪੰਜਾਬ ਦੁਨੀਆ ਦੇ ਅਜ਼ੀਮ ਤਰੀਨ ਦੇਸ਼ਾਂ ਵਿੱਚੋਂ ਹੈ, ਸੋਹਣੇ ਤਰੀਨ ਦੇਸ਼ਾਂ ਵਿੱਚੋਂ ਇੱਕ ਇਹਦੀ ਭੋਏ ਜ਼ਰਖੇਜ਼ ਹੈ, ਇਹਦੇ ਵਾਸੀਆਂ ਦੇ ਦਿਮਾਗ ਜ਼ਰਖੇਜ਼ ਨੇ। ਇਹਨੇ ਜੱਗ ਦੀ ਸਭ ਤੋਂ ਕਦੀਮ, ਸਭ ਤੋਂ ਅਜ਼ੀਮ ਤੇ ਸਭ ਤੋਂ ਵੱਡੀ ਤਹਿਜ਼ੀਬ ਨੂੰ ਜਨਮ ਦਿੱਤਾ। ਇਹਦੇ ਧੀਆਂ ਪੁੱਤਰ ਦਿਲੇਰ, ਗੱਭਰੂ ਤੇ ਸਿਆਣੇ ਨੇ। ਭਾਵੇਂ ਪਿਛਲੇ ਵੇਲਿਆਂ ਨੂੰ ਫਰੋਲ ਲਵੋ ਤੇ ਭਾਵੇਂ ਅਜੋਕੀ ਗੱਲ ਕਰ ਲਵੋ, ਜੱਗ ਵਿੱਚ ਪੰਜਾਬੀਆਂ ਨੇ ਹਰ ਫੀਲਡ ਵਿੱਚ ਆਪਣਾ ਲੋਹਾ ਮਨਵਾਇਆ। ਪੰਜਾਬੀਆਂ ਦਾ ਜ਼ਰਫ ਵੀ ਇੰਨਾ ਵੱਡਾ ਹੈ ਕਿ ਭਾਵੇਂ ਕੋਈ ਕੌਮ ਹੋਵੇ, ਭਾਵੇਂ ਇਕੱਲਾ ਬੰਦਾ ਜਾਂ ਮਜ਼ਹਬ, ਜੋ ਵੀ ਇੱਥੇ ਅਪੜਿਆ, ਪੰਜਾਬੀਆਂ ਨੇ ਖੁੱਲੀਆਂ ਬਾਹਾਂ ਤੇ ਵੱਡੇ ਦਿਲ ਨਾਲ ਉਹਨੂੰ ਜੀ ਆਇਆਂ ਆਖਿਆ। ਕਿਸੇ ਵੀ ਤਕਨੀ ਨਾਲ ਵੇਖ ਲਓ, ਪੰਜਾਬ ਦਾ ਵਡਿਆਪਾ ਲਿਸ਼ਕਦਾ ਦਿਸਦਾ ਹੈ। ਸਾਡੇ ਪੰਜਾਬੀ ਪੁਰਖ ਹੀਰੇ ਸਨ, ਸਾਡੇ ਪੰਜਾਬੀ ਭੈਣ ਭਰਾ ਮੋਤੀਆਂ ਵਾਂਗ ਹਰ ਪਾਸੇ ਖਿਲਰੇ ਪਏ ਨੇ। ਨਾ ਤੇ ਅਸੀਂ ਆਪਣਾ ਇਤਿਹਾਸ ਧਿਆਨਦੇ ਹਾਂ ਤੇ ਨਾ ਹੀ ਆਲੇ ਦੁਆਲੇ ਖਿਲਰੇ ਪਏ ਪੰਜਾਬੀ ਮੋਤੀ ਸਿਆਣਦੇ ਹਾਂ। ਕਿਸੇ ਨੇ ਜਿਵੇਂ ਸਾਡੀਆਂ ਅੱਖਾਂ ਉੱਤੇ ਖੋਪੇ ਚਾੜ ਦਿੱਤੇ ਨੇ ਤੇ ਹਰ ਵੇਲੇ ਸਾਨੂੰ ਇੱਕ ਹੀ ਆਵਾਜ਼ ਆਉਂਦੀ ਹੋਏ ਵੀ ਪੰਜਾਬ ਭੈੜਾ ਹੈ, ਪੰਜਾਬੀ ਭੈੜੇ ਨੇ। ਸਾਨੂੰ ਦਿਮਾਗੀ ਚਾਕਰੀ ਦੀਆਂ ਇਹ ਲੜੀਆਂ ਬੰਨ੍ਹਣੀਆਂ ਪੈਣਗੀਆਂ, ਨਹੀਂ ਤਾਂ ਇਤਿਹਾਸ ਦੇ ਹਨੇਰੇ ਡੂੰਘ ਵਿੱਚ ਗਵਾਚਣ ਤੋਂ ਸਾਨੂੰ ਕੋਈ ਨਹੀਂ ਬਚਾ ਸਕੇਗਾ। ਉਹ ਜਿਵੇਂ ਫੈਜ਼ ਅਹਿਮਦ ਫੈਜ਼ ਫਰਮਾਉਂਦੇ ਨੇ ਕਿ ਰਹਿਮਾਂ ਦੇ ਵਿੱਚ ਫੈਜ਼ ਸਾਡਾ, ਹੋਰ ਠਿਕਾਣਾ ਕਿਹੜਾ ਸੀ। ਸੂਲੀ ਸਾਨੂੰ ਮਿਲਿਆ ਜੇਕਰ ਨਿਕਲੇ ਗਲੀਓਂ ਯਾਰ। ਮਜ਼ੀਦ ਇਸੇ ਤਰ੍ਹਾਂ ਦੀ ਖੂਬਸੂਰਤ ਤੇ ਬਿਹਤਰੀਨ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਕਰੋ, ਕਮੈਂਟ ਕਰੋ, ਦੋਸਤਾਂ ਨਾਲ ਸ਼ੇਅਰ ਕਰੋ ਤੇ ਦੁਆਵਾਂ ਵਿੱਚ ਯਾਦ ਰੱਖੋ। ਅੱਲਾ ਹਾਫਿਜ਼।